ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਦਾਸੀਆਂ ਸ਼ੁਰੂ ਕਰਨੀਆਂ ਸੀ। ਮਹਾਰਾਜ ਜੀ ਉਸ ਵੇਲੇ ਤਲਵੰਡੀ ਦੇ ਵਿੱਚ ਆਉਂਦੇ ਨੇ, ਆਪਣੇ ਪਿੰਡ ਦੇ ਵਿੱਚ ਆਉਂਦੇ ਨੇ ਘਰਦਿਆਂ ਨੂੰ ਮਿਲਣ ਦੇ ਲਈ। ਉੱਥੇ ਰਾਏ ਬੁਲਾਰ ਦੇ ਨਾਲ ਮਹਾਰਾਜ ਦੀ ਗੱਲ ਹੁੰਦੀ ਹੈ। ਸਤਿਗੁਰੂ ਕੁਝ ਦਿਨ ਰਹਿੰਦੇ ਨੇ ਤੇ ਰਾਏ ਬੁਲਾਰ ਦੀ ਗੱਲ ਹੁੰਦੀ ਹੈ ਮਹਾਰਾਜ ਦੇ ਨਾਲ। ਤੇ ਰਾਏ ਬੁਲਾਰ ਅੱਗੋਂ ਸਤਿਗੁਰੂ ਜੀ ਨੂੰ ਨਾ ਪ੍ਰਸ਼ਾਦਾ ਛਕਾ ਕੇ ਤੇ ਕੁਝ ਸਵਾਲ ਕਰਦਾ ਹੈ। ਮਹਾਰਾਜ ਉਹਦੇ ਘਰ ਦੇ ਵਿੱਚ ਪ੍ਰਸ਼ਾਦਾ ਅਕਸਰ ਛਕਦੇ ਹੁੰਦੇ ਸੀ ਉਹਦੇ ਘਰ ਦੇ ਵਿੱਚ। ਤੇ ਮਹਾਰਾਜ ਜੀ ਨੂੰ ਨਾ ਸਵਾਲ ਕਰਨ ਲੱਗ ਪਿਆ। ਔਰ ਇਦਾਂ ਦੇ ਸਵਾਲ ਨਾ ਅੱਜ ਕੱਲ੍ਹ ਸਮਝੇ ਵੀ ਨਹੀਂ ਜਾਂਦੇ ਤੇ ਕੀਤੇ ਵੀ ਨਹੀਂ ਜਾਂਦੇ। ਸਾਨੂੰ ਮਟੀਰੀਅਲ ਇੰਨਾ ਜ਼ਿਆਦਾ ਪੜ੍ਹਾਇਆ ਜਾ ਰਿਹਾ ਹੈ ਵੀ ਸਾਡੇ ਅੰਦਰ ਜਿਹੜਾ ਸੁਭਾਅ ਹੈ, ਅੰਦਰ ਦੀ ਆਤਮਾ ਹੈ, ਉਹਦੇ ਬਾਰੇ ਤੇ ਖਿਆਲ ਵੀ ਨਹੀਂ ਆ ਰਿਹਾ ਵੀ ਕਿੱਥੇ ਚੱਲਦਾ ਪਿਆ ਹੈ। ਨਹੀਂ ਤੇ ਸਾਡੇ ਦੇਸ਼ ਦੀ ਜਿੰਨੀ ਪੁਰਾਣੀ ਪੜ੍ਹਾਈ ਹੈ ਉਹ ਜ਼ਿਆਦਾ ਇਸ ਗੱਲ ਦੇ ਬਾਰੇ ਹੈ ਵੀ ਤੁਸੀਂ ਆਪਣੀ ਸੋਲ ਦੇ ਬਾਰੇ, ਆਪਣੀ ਆਤਮਾ ਦੇ ਬਾਰੇ ਕੀ ਸੋਚਦੇ ਪਏ ਜੇ, ਤੁਹਾਡੇ ਆਪਣੇ ਅੰਦਰ ਦੇ ਜੀਵਨ ਦੇ ਬਾਰੇ ਕੀ ਸੋਚ ਹੈ ਤੁਹਾਡੀ। ਨਹੀਂ ਤੇ ਅੱਜ ਕੱਲ੍ਹ ਸਾਨੂੰ ਜਦੋਂ ਥੋੜ੍ਹੀ ਜਿਹੀ ਸਾਡੀ ਸੈਂਸ ਚੰਗੀ ਹੁੰਦੀ ਹੈ, ਸਾਨੂੰ ਸੂਰਜ ਚੰਦਰਮਾ ਦੇ ਬਾਰੇ ਤੇ ਬੜਾ ਕੁਝ ਦੱਸ ਦਿੱਤਾ ਜਾਂਦਾ, ਸਾਨੂੰ ਗਲੈਕਸਿਸ ਦੇ ਬਾਰੇ ਤੇ ਬੜਾ ਕੁਝ ਦੱਸ ਦਿੱਤਾ ਜਾਂਦਾ। ਸਾਡੇ ਅੰਦਰ ਕੀ ਚੱਲਦਾ ਪਿਆ ਹੈ ਇਹਦੀ ਟ੍ਰੇਨਿੰਗ ਕਿੱਥੇ ਹੈ? ਨਾ ਧਾਰਮਿਕ ਸਥਾਨਾਂ ਦੇ ਉੱਤੇ ਹੈ ਤੇ ਨਾ ਧਾਰਮਿਕ ਸਥਾਨਾਂ ਤੋਂ ਬਾਹਰ ਹੈ। ਹਾਂ, ਕਿਤਾਬਾਂ ਦੇ ਢੇਰ ਲੱਗੇ ਪਏ ਨੇ, ਪਰ ਉਹਨਾਂ ਦੇ ਵਿੱਚੋਂ ਲਿਖਣ ਵਾਲੇ ਵੀ ਤੇ ਉੱਦਾਂ ਦੇ ਹੀ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਅੰਦਰ ਕੀ ਚੱਲਦਾ ਪਿਆ ਹੈ। ਇਸ ਕਰਕੇ ਜਦੋਂ ਤੱਕ ਆਤਮਿਕ ਜੀਵਨ ਦੇ ਬਾਰੇ ਨਹੀਂ ਪੜ੍ਹਾਇਆ ਜਾਵੇਗਾ, ਬੰਦਾ ਬਾਹਰ ਦਾ ਜੋ ਮਰਜ਼ੀ ਪੜ੍ਹ ਲਵੇ, ਬੰਦਾ ਟਿਕ ਨਹੀਂ ਪਾਵੇਗਾ। ਉਹ ਕਿਤੇ ਨਾ ਕਿਤੇ ਖਾਲੀ ਰਹੇਗਾ ਅੰਦਰ, ਕਿਉਂਕਿ ਅੰਦਰ ਜਿਹੜੀ ਚੀਜ਼ ਚਾਹੀਦੀ ਹੈ ਉਹ ਉਸੇ ਨਹੀਂ ਭਰਨਾ ਹੈ। ਆਤਮਾ ਦਾ ਇੱਕ ਆਪਣਾ ਤਰੀਕਾ ਹੈ ਇੱਥੇ ਜ਼ਿੰਦਗੀ ਜੀਣ ਦਾ ਤੇ ਆਤਮਾ ਨੂੰ ਸਮਝਣ ਦਾ। ਇਹ ਵੀ ਪੜ੍ਹਾਈ ਹੈ ਇੱਕ, ਜਿਹਦੇ ਵਿੱਚੋਂ ਇੱਕ ਸਬਜੈਕਟ ਅਸੀਂ ਅੱਜ ਲੈ ਕੇ ਚੱਲੇ ਹਾਂ। ਤੋ ਰਾਏ ਬੁਲਾਰ ਮਹਾਰਾਜ ਜੀ ਨੂੰ ਸਵਾਲ ਕਰਦਾ ਹੈ ਕਿ ਸੱਚੇ ਪਾਤਸ਼ਾਹ, ਦੋ ਤਰੀਕੇ ਦੇ ਹਨੇਰੇ ਹੁੰਦੇ ਨੇ। ਇੱਕ ਹੁੰਦਾ ਹੈ ਬਾਹਰ ਦਾ ਹਨੇਰਾ, ਹੁਣੇ ਲਾਈਟ ਬੰਦ ਹੋ ਜਾਵੇ ਹਨੇਰਾ ਹੋ ਜਾਵੇਗਾ। ਇੱਕ ਹੁੰਦਾ ਹੈ ਅਗਿਆਨਤਾ ਦਾ ਹਨੇਰਾ। ਤੋ ਕਹਿੰਦਾ ਵੀ ਮਹਾਰਾਜ ਜੀ, ਜਿਹੜਾ ਬਾਹਰ ਦਾ ਹਨੇਰਾ ਹੁੰਦਾ ਨਾ, ਇਹ ਹੋ ਵੀ ਜਾਵੇ ਨਾ ਤੇ ਸਾਨੂੰ ਤਾਂ ਵੀ ਪਤਾ ਲੱਗਦਾ ਰਹਿੰਦਾ ਵੀ ਮੇਰਾ ਹੱਥ ਪੈਰ ਮੇਰੇ ਕੋਲ ਹੈ। ਹਨੇਰਾ ਹੋਇਆ ਹੋਵੇ, ਮੈਨੂੰ ਕੋਈ ਕਹੇ ਵੀ ਆਪਣੇ ਪੈਰੀਂ ਹੱਥ ਲਾ ਲਾ, ਲੱਗ ਹੀ ਜਾਵੇਗਾ, ਸਾਰੇ ਲਾ ਲਾਂਗੇ ਅਸੀਂ। ਹਨੇਰਾ ਹੋਣ ਦੇ ਬਾਵਜੂਦ ਵੀ ਹਾਂ, ਹੋ ਸਕਦਾ ਬਾਹਰ ਪਈ ਚੀਜ਼ ਮੇਰੇ ਕੋਲੋਂ ਨਾ ਫੜੀ ਜਾਵੇ, ਹੱਥ ਨਾ ਰੱਖਿਆ ਜਾਵੇ, ਮੈਨੂੰ ਕੋਈ ਕਹੇ ਵੀ ਬਿਲਕੁਲ ਹਨੇਰਾ ਹੈ, ਆਪਣੀਆਂ ਅੱਖਾਂ ਤੇ ਹੱਥ ਰੱਖ ਲੈ, ਕੀ ਔਖਾ ਹੈ ਮੇਰੇ ਲਈ। ਆਪਣੇ ਸਿਰ ਤੇ ਹੱਥ ਰੱਖ ਲੈ, ਕੀ ਔਖਾ ਹੈ ਮੇਰੇ ਲਈ। ਬਾਹਰ ਹਨੇਰਾ ਵੀ ਹੋਵੇ, ਮੈਨੂੰ ਆਪਣੀ ਸਮਝ ਤੇ ਰਹਿੰਦੀ ਹੈ ਨਾ ਵੀ ਮੈਂ ਕੀ ਹਾਂ। ਪਰ ਕਹਿੰਦਾ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਉਹਦੇ ਵਿੱਚ ਤੇ ਇੱਦਾਂ ਦੀ ਗੱਲ ਹੈ, ਮੈਨੂੰ ਚੇਤਾ ਹੀ ਭੁੱਲਿਆ ਰਹਿੰਦਾ ਵੀ ਮੈਂ ਹਾਂ ਕੀ ਹਾਂ ਤੇ ਮੈਂ ਕਰਨ ਕੀ ਆਇਆ ਹਾਂ। ਇਹ ਅਗਿਆਨਤਾ ਦਾ ਹਨੇਰਾ ਹੈ, ਜਿਹਨੂੰ ਬਾਬਾ ਕਬੀਰ ਕਹਿੰਦੇ ਭਾਵੇਂ ਹੋਵੇ ਰਾਜਾ ਤੇ ਭਾਵੇਂ ਹੋਵੇ ਰੰਕ, ਅੰਧਕਾਰ ਸੁਖ ਕਬੈ ਨਾ ਸੋਈ ਹੈ, ਰਾਜਾ ਰੰਕ ਦੋਊ ਮਿਲ ਰੋਈ ਹੈ। ਭਾਵੇਂ ਹੋਵੇ ਰਾਜਾ ਤੇ ਭਾਵੇਂ ਹੋਵੇ ਰੰਕ, ਦੋਵੇਂ ਰੋਂਦੇ ਨੇ ਜੇ ਅਗਿਆਨਤਾ ਪੱਲੇ ਹੋਵੇ। ਤੇ ਅਗਿਆਨਤਾ ਤੇ ਗਿਆਨ, ਗਿਆਨ ਦਾ ਮਤਲਬ ਸਿਰਫ ਇਹ ਨਹੀਂ ਹੈ, ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਗਿਆਨ ਦਾ ਮਤਲਬ ਹੈ ਵੀ ਮੇਰੇ 10th ਦੇ ਵਿੱਚੋਂ ਇੰਨੇ % ਨੰਬਰ ਨੇ, ਅੱਗੇ ਜਿਹੜਾ ਹੈ +2 ਦੇ ਵਿੱਚੋਂ ਇੰਨੇ ਨੇ, ਫਿਰ ਮੈਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਇਹਦੇ ਬਰਾਬਰ ਦੀ ਡਿਗਰੀ ਕੀਤੀ ਹੈ ਤੇ ਫਿਰ ਮੇਰੇ ਇੰਨੇ ਨੰਬਰ ਨੇ ਤੇ ਮੈਂ ਕਹਾਂ ਜੀ ਮੈਂ ਗਿਆਨੀ ਹਾਂ। ਇਹ ਗਿਆਨ ਨਹੀਂ ਹੈ, ਇਹ ਤਾਂ ਮਟੀਰੀਅਲ ਦੀ ਜਾਣਕਾਰੀ ਹੈ। ਆਤਮਿਕ ਗਿਆਨ ਇਹ ਕੁਝ ਵੀ ਨਹੀਂ ਹੈ ਇਹਦੇ ਪਿੱਛੇ। ਮਰਦ ਕਹਿੰਦੇ ਅਨਪੜ੍ਹ ਬੰਦਾ ਵੀ ਕਿਤੇ ਅੱਗੇ ਹੋ ਸਕਦਾ ਸਾਡੇ ਨਾਲੋਂ, ਔਰ ਸਾਧੂ ਕਿਤੇ ਅੱਗੇ ਹੁੰਦੇ ਨੇ ਸਾਡੇ ਨਾਲ ਇਹਨਾਂ ਗੱਲਾਂ ਦੇ ਵਿੱਚ। ਉਹ ਸੱਚੇ ਪਾਤਸ਼ਾਹ ਨੂੰ ਕਹਿੰਦਾ ਵੀ ਮਹਾਰਾਜ ਮੈਨੂੰ ਦੱਸੋ ਮੇਰਾ ਅਸਲਾ ਕੀ ਹੈ, ਮੇਰਾ ਜਿਹੜਾ ਅੰਦਰ ਹੈ ਨਾ, ਮੈਂ ਕੀ ਹਾਂ। ਤੇ ਸਤਿਗੁਰੂ ਨੇ ਸਵਾਲ ਕਰ ਦਿੱਤਾ ਵੀ ਤੈਨੂੰ ਕੀ ਲੱਗਦਾ, ਤੂੰ ਖੁਦ ਸੋਚ ਨਾ। ਇਹ ਲਗਭਗ ਸਵਾਲ ਅਸੀਂ ਆਪਣੇ ਆਪ ਨੂੰ ਬੈਠ ਕੇ ਜੇ ਕਿਤੇ ਕਰੀਏ ਵੀ ਮੈਂ ਕੀ ਹਾਂ, ਤੇ ਮਹਾਰਾਜ ਕਹਿੰਦੇ ਵੀ ਤੁਸੀਂ ਵੀ ਤਾਂ ਜਵਾਬ ਲੱਭੋ ਨਾ, ਤਾਂ ਆਪਣੇ ਅੰਦਰੋਂ ਜਵਾਬ ਲੱਭੋ ਵੀ ਤੁਸੀਂ ਕੀ ਜੇ। ਤੂੰ ਕਹਿੰਦੇ ਵੀ ਮੈਨੂੰ ਇੰਝ ਲੱਗਦਾ ਵੀ ਮਹਾਰਾਜ ਜੀ, ਮੈਂ ਨਾ ਮੇਰਾ ਰਾਏ ਬੁਲਾਰ ਹੈ, ਇੰਨੀ ਕੁ ਮੇਰੀ ਜ਼ਮੀਨ ਜਾਇਦਾਦ ਹੈ, ਇੱਥੇ ਤੇ ਮੈਂ ਆਹ ਕੁਝ ਜਿਹੜਾ ਕਾਰੋਬਾਰ ਚੱਲਦਾ ਪਿਆ ਹੈ, ਇੰਨੇ ਕੁ ਪਿੰਡਾਂ ਦਾ ਮੈਂ ਮਾਲਕ ਹਾਂ, ਤੇ ਬਸ ਮੈਂ ਆਪਣੇ ਆਪ ਨੂੰ ਇਹੋ ਹੀ ਸਮਝਦਾ ਹਾਂ। ਤੇ ਮਹਾਰਾਜ ਕਹਿੰਦੇ ਵੀ ਭਾਈ ਇਹ ਤੇ ਮਟੀਰੀਅਲ ਹੈ। ਅਸੀਂ ਵੀ ਇੱਕ ਲੈਵਲ ਦੇ ਉੱਤੇ ਇਹੋ ਹੀ ਸਮਝਦੇ ਹਾਂ ਵੀ ਅਸੀਂ ਕੀ ਹਾਂ। ਆਪਣਾ ਨਾਮ ਦੱਸਣ ਲੱਗ ਪਵਾਂਗੇ, ਆਹ ਸਾਡਾ ਨਾਮ ਹੈ, ਆਹ ਸਾਡਾ ਪਿੰਡ ਹੈ, ਆਹ ਸਾਡਾ ਇਲਾਕਾ, ਜਿਹਨੂੰ ਅੱਜ ਕੱਲ੍ਹ ਨੋਰਮਲੀ ਬਾਹਰ ਦੀ ਇੰਟਰੋਡਕਸ਼ਨ ਕਿਹਾ ਜਾਂਦਾ। ਸਤਿਗੁਰੂ ਕਹਿੰਦੇ ਭਲਾ ਜੇ ਇਹ ਚੀਜ਼ਾਂ ਅੱਜ ਤੇਰੇ ਤੋਂ ਵੱਖ ਹੋ ਜਾਣ, ਕਈਆਂ ਦੀ ਹੁੰਦਿਆਂ ਵੱਖ ਹੋ ਜਾਂਦੀਆਂ ਨੇ, ਫਿਰ ਕੀ ਕਰੇਂਗਾ। ਮਹਾਰਾਜ ਕਹਿੰਦੇ ਤੇ ਵੇਖ ਨਾ, ਮਟੀਰੀਅਲ ਅੱਜ ਤੇਰੇ ਕੋਲ ਹੈ, ਕੱਲ੍ਹ ਨੂੰ ਤੇਰੇ ਕੋਲ ਨਹੀਂ ਹੋਵੇਗਾ, ਤੇ ਤੂੰ ਇਹਨੂੰ ਹੀ ਸਾਰਾ ਕੁਝ ਮੰਨੀ ਜਾਣਾ ਹੈ। ਤੇ ਮਟੀਰੀਅਲ ਤੇਰੇ ਤੋਂ ਪਹਿਲਾਂ ਪਰੇ ਚਲਾ ਗਿਆ, ਤੂੰ ਤੇ ਫਿਰ ਵੀ ਰਵੇਂਗਾ, ਤੂੰ ਤੇ ਫਿਰ ਨਹੀਂ ਖਤਮ ਹੋਵੇਗਾ। ਫਿਰ ਦੂਜੀ ਗੱਲ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਸਮਝ ਲੱਗ ਗਈ ਵੀ ਮੈਂ ਨਾ ਇੰਦਰੀਆਂ ਦੇ ਕਰਕੇ ਹਾਂ, ਗਿਆਨ ਇੰਦਰੀ ਜਿਹੜੇ ਨੇ ਉਹਦੇ ਕਰਕੇ ਮੈਂ ਜ਼ਿੰਦਗੀ ਜੀਂਦਾ ਹਾਂ। ਇਹ ਤਾਂ ਮੈਨੂੰ ਭੁਲੇਖਾ ਲੱਗ ਗਿਆ ਸੀ, ਮੈਂ ਤੱਤਾਂ ਦਾ ਮੇਲ ਹਾਂ, ਮਤਲਬ ਮੈਂ ਆਪਣੇ ਆਪ ਨੂੰ ਤੱਤ ਸਮਝਦਾ ਹਾਂ। ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਤੈਨੂੰ ਇੰਝ ਲੱਗਦਾ, ਕਿਉਂਕਿ ਉਹ ਕਹਿੰਦਾ ਵੀ ਮੈਂ ਖਾਂਦਾ ਹਾਂ, ਮੈਂ ਵੇਖਦਾ ਹਾਂ, ਮੈਂ ਸੁਣਦਾ ਹਾਂ,
ਤੇ ਇਸ ਕਰਕੇ ਜ਼ਿਆਦਾ ਸੱਤਿਆ ਤੇ ਇਹਨਾਂ ਚੀਜ਼ਾਂ ਦੇ ਵਿੱਚ ਹੈ ਨਾ। ਤੇ ਸੱਚੇ ਪਾਤਸ਼ਾਹ ਨੇ ਕਿਉਂ ਕਹਿ ਦਿੱਤਾ ਵੀ ਫਿਰ ਜਿਹੜੇ ਗੂੰਗੇ ਹੋਣਗੇ ਉਹ ਕਿੱਦਾਂ ਕਹਿ ਸਕਦੇ ਨੇ ਵੀ ਜੇ ਜ਼ੁਬਾਨ ਹੀ ਜਿਹੜਾ ਹੈ ਉਹ ਜੀਵਨ ਹੈ, ਤੇ ਜਿਹੜੇ ਗੂੰਗੇ ਨੇ ਉਹਨਾਂ ਦਾ ਜੀਵਨ ਤੇ ਹੋਇਆ ਹੀ ਨਾ। ਜੇ ਸੁਣਨ ਦੀ ਤਾਕਤ ਹੀ ਕਹਿ ਲਈਏ ਵੀ ਇੰਦਰੇ ਜਿਹੜੇ ਨੇ ਉਹਦੇ ਕਰਕੇ ਮੈਂ ਜਿੰਦਾ ਹਾਂ, ਤੇ ਜਿਨ੍ਹਾਂ ਨੂੰ ਸੁਣਨ ਦੀ ਜਿਹੜੀ ਹੈ ਉਹ ਗੱਲ ਹੀ ਨਹੀਂ ਪਈ, ਜਿਹੜੇ ਬਚਪਨ ਤੋਂ ਹੀ ਬੋਲੇ ਹੁੰਦੇ ਨੇ, ਉਹਨਾਂ ਦਾ ਜੀਵਨ ਕਾਹਦਾ ਹੋਇਆ। ਕਹਿਣ ਦਾ ਮਤਲਬ ਸਤਿਗੁਰੂ ਦਾ ਕੀ ਸੀ ਵੀ ਤੂੰ ਇੰਦਰੀਆਂ ਤੋਂ ਵੀ ਅੱਗੇ ਬੈਠਾ ਹੋਇਆ ਹੈ। ਤੇ ਮਹਾਰਾਜ ਜੀ ਨੂੰ ਕਹਿੰਦਾ ਵੀ ਸੱਚੇ ਪਾਤਸ਼ਾਹ ਜਿੱਥੇ ਅੱਜ ਸਾਡੀ ਗੱਲ ਆਉਣੀ ਹੈ ਉਹ ਪ੍ਰਸੰਗ ਬੜਾ ਲੰਮਾ ਹੈ, ਮੈਂ ਇਸ ਕਰਕੇ ਸੰਖੇਪ ਕਰਾਂਗਾ। ਤੇ ਮਹਾਰਾਜ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਇੰਝ ਸਮਝ ਲੱਗਦੀ ਹੈ ਵੀ ਮੇਰੇ ਅੰਦਰ ਜਿਹੜੇ ਤੱਤ ਕੰਮ ਕਰਦੇ ਨੇ ਨਾ, ਉਹਨਾਂ ਤੱਤਾਂ ਦੇ ਕਰਕੇ ਮੈਂ ਜਿਉਂਦਾ। ਸਤਿਗੁਰੂ ਕਹਿੰਦੇ ਭਾਈ ਇਹ ਤੇਰਾ ਵਹਿਮ ਹੈ। ਔਰ ਇਹਨੂੰ ਮੈਂ ਫਿਰ ਕਹਿ ਰਿਹਾ ਸਬਜੈਕਟ ਥੋੜ੍ਹਾ ਜਿਹਾ ਔਖਾ ਹੈ, ਜੇ ਮੈਂ ਸਮਝਾ ਸਕਿਆ ਤੇ। ਉਹ ਕਹਿੰਦੇ ਇਹ ਤੇਰਾ ਵਹਿਮ ਹੈ, ਤੂੰ ਜੁੜਿਆ ਹੋਇਆ ਹੈ ਇਹਨਾਂ ਤੱਤਾਂ ਦੇ ਨਾਲ, ਪਰ ਤੂੰ ਇਹਨਾਂ ਤੱਤਾਂ ਤੋਂ ਵੀ ਉੱਤੇ ਹੈ। ਜਿੱਦਾਂ ਹੁਣ ਅਸੀਂ ਬਿਲਡਿੰਗ ਦੇ ਵਿੱਚ ਬੈਠੇ ਹੋਏ ਹਾਂ, ਗੁਰਦੁਆਰੇ ਦੇ ਅੰਦਰ ਬੈਠੇ ਹੋਏ ਹਾਂ, ਪਰ ਜਦੋਂ ਚਾਹੀਏ ਇਹਦੇ ਤੋਂ ਵੱਖ ਵੀ ਤੇ ਹਾਂ ਨਾ, ਇਹਦੇ ਤੋਂ ਪਰੇ ਵੀ ਤੇ ਹਾਂ। ਠੀਕ ਹੈ ਵਿੱਚ ਬੈਠੇ ਹੋਏ ਹਾਂ, ਪਰ ਇਹਦੇ ਤੋਂ ਵੱਖ ਵੀ ਤੇ ਹੋ ਸਕਦੇ ਹਾਂ। ਕੀ ਦਿੱਕਤ ਹੈ ਸਾਨੂੰ? ਹੁਣੇ ਉੱਠ ਕੇ ਕੋਈ ਬਾਹਰ ਜਾ ਸਕਦਾ ਹੈ, ਕੋਈ ਬਾਹਰੋਂ ਅੰਦਰ ਆ ਸਕਦਾ ਹੈ, ਪਰ ਜਿੰਨਾ ਚਿਰ ਬੈਠੇ ਹਾਂ ਉਹਨਾਂ ਚਿਰ ਬੈਠੇ ਹੋਏ ਹਾਂ। ਸਤਿਗੁਰੂ ਫਿਰ ਉਹਨੂੰ ਸਮਝਾਉਂਦੇ ਨੇ ਵੀ ਭਾਈ ਅਸਲ ਦੇ ਵਿੱਚ ਤੇਰਾ ਜਿਹੜਾ ਨੇਚਰ ਸੁਭਾਅ ਬਦਲਦਾ ਹੈ ਨਾ, ਉਹ ਇਹਨਾਂ 5 ਤੱਤਾਂ ਦੇ ਕਰਕੇ ਬਦਲਦਾ ਹੈ। ਮੈਂ ਬੇਨਤੀ ਕਰਦੇ ਹਾਂ, ਰੂਪ, ਰਸ, ਗੰਧ, ਸ਼ਬਦ ਤੇ ਸਪਰਸ਼, ਜਿਹਨੂੰ 5 ਸੈਂਸਸ ਕਿਹਾ ਜਾਂਦਾ। 5 ਜਿਹੜੀਆਂ ਸਾਡੇ ਵਿੱਚ ਇਹ ਬਿਰਤੀਆਂ ਹੁੰਦੀਆਂ ਨੇ, ਸਾਨੂੰ ਪਤਾ ਲੱਗਦਾ। ਰੂਪ ਅੱਖਾਂ ਦੇ ਨਾਲ ਇਹਦਾ ਸੰਬੰਧ ਮੰਨਿਆ ਜਾਂਦਾ। ਵੈਸੇ ਰਸ ਜ਼ੁਬਾਨ ਦੇ ਨਾਲ ਸੰਬੰਧ ਮੰਨਿਆ ਜਾਂਦਾ। ਅੱਖ ਰਸ ਥੋੜ੍ਹਾ ਲੈ ਸਕਦੀ ਹੈ, ਅੱਖ ਦਾ ਰਸ ਆਪਣਾ ਹੈ, ਜ਼ੁਬਾਨ ਟੇਸਟ ਲਵੇਗੀ ਖਾਣ ਪੀਣ ਦਾ। ਗੰਧ ਨੱਕ, ਅੱਖਾਂ ਸੁਗੰਧੀ ਨਹੀਂ ਲੈ ਸਕਦੀਆਂ, ਨੱਕ ਲੈ ਸਕਦਾ ਹੈ। ਸ਼ਬਦ ਕੰਨ ਸ਼ਬਦ ਸੁਣਦਾ ਹੈ, ਨੱਕ ਸੁਣ ਨਹੀਂ ਸਕਦਾ। ਸਪਰਸ਼ ਚਮੜੀ ਨੂੰ ਕਿਤੋਂ ਵੀ ਟੱਚ ਕਰੋ ਸਾਨੂੰ ਪਤਾ ਲੱਗ ਜਾਂਦਾ। ਈਵਨ ਕਿ ਛੋਟਾ ਜਿਹਾ ਮੱਛਰ ਆ ਕੇ ਬੈਠ ਜਾਵੇ ਤੇ ਅਸੀਂ ਵੇਖੀਏ ਵੀ ਨਾ, ਸਾਨੂੰ ਪਤਾ ਲੱਗ ਜਾਂਦਾ ਵੀ ਆ ਕੇ ਬੈਠ ਗਿਆ। ਇਹ ਸਪਰਸ਼ ਹੁੰਦਾ ਚਮੜੀ ਦਾ। ਇਹ 5 ਜਿਹੜੀਆਂ ਸਾਡੀਆਂ ਇੱਦਾਂ ਕਹਿ ਲਈਏ ਵੀ ਸੈਂਸ ਪਾਈਆਂ ਹੋਈਆਂ ਨੇ ਮਾਲਕ ਨੇ ਸਾਡੇ ਅੰਦਰ। ਪਰ ਇਹ 5 ਆ ਕਿੱਥੋਂ ਗਈਆਂ? ਸਾਡਾ ਸਰੀਰ 5 ਤੱਤਾਂ ਤੋਂ ਬਣਿਆ ਹੈ, ਤੇ ਇਹ 5 ਆ ਕਿੱਥੋਂ ਗਈਆਂ? ਇਹ ਇੱਥੋਂ ਆਈਆਂ ਨੇ। ਸਤਿਗੁਰੂ ਸਮਝਾਉਂਦੇ ਨੇ ਰਾਏ ਬੁਲਾਰ ਨੂੰ। ਕਵੀ ਸੰਤੋਖ ਸਿੰਘ ਹੁਣਾਂ ਨੇ ਬੋਲਿਆ, ਕਹਿੰਦੇ ਜਿਹੜਾ ਅਸਲ ਦੇ ਵਿੱਚ ਹਵਾ ਦਾ ਤੱਤ ਹੈ ਨਾ ਸਾਡੇ ਸਰੀਰ ਦੇ ਅੰਦਰ ਤੇ ਸਰੀਰ ਤੋਂ ਬਾਹਰ, ਉਹ ਸਪਰਸ਼ ਦਾ ਕਾਰਨ ਬਣਦਾ ਹੈ। ਸਪਰਸ਼ ਤੁਸੀਂ ਵੇਖੋ, ਹਵਾ ਇੱਕਦਮ ਚੱਲਦੀ ਹੈ ਤੇ ਸਾਡੇ ਸਰੀਰ ਨੂੰ ਆ ਕੇ ਲੱਗਣ ਲੱਗ ਪੈਂਦੀ ਹੈ। ਸਪਰਸ਼ ਦਾ ਮਤਲਬ ਹੁੰਦਾ ਹੈ ਛੂਹਣਾ, ਟੱਚ ਹੋਣਾ। ਹਵਾ ਨਿਕਲੇਗੀ, ਸਾਨੂੰ ਟੱਚ ਹੋ ਕੇ ਨਿਕਲ ਜਾਵੇਗੀ, ਉਸੇ ਵੇਲੇ ਰੁਕਦੀ ਨਹੀਂ ਹੈ। ਪਰ ਜਦੋਂ ਹਵਾ ਸਾਡੇ ਸਰੀਰ ਨੂੰ ਆ ਕੇ ਲੱਗੇਗੀ ਸਾਨੂੰ ਪਤਾ ਲੱਗ ਜਾਵੇਗਾ। ਇਹ ਸਾਡੇ ਅੰਦਰ ਹਵਾ ਦਾ ਤੱਤ ਹੈ। ਫਿਰ ਦੂਜੀ ਗੱਲ ਉਹਨਾਂ ਨੇ ਬੋਲੀ ਕਿ ਤੁਸੀਂ ਵੇਖੋ ਪਾਣੀ ਜ਼ੁਬਾਨ ਹੈ। ਇਹ ਸਮਝਣਾ ਥੋੜ੍ਹਾ ਜਿਹਾ ਮੈਂ ਫਿਰ ਕਹਿ ਦੇਵਾਂ ਵੀ ਸਮਝਾਂਗੇ ਨਹੀਂ ਤੇ ਸਾਨੂੰ ਆਪਣੇ ਅੰਦਰ ਦੇ ਬਾਰੇ ਵੀ ਨਹੀਂ ਪਤਾ ਲੱਗੇਗਾ ਵੀ ਮਾਲਕ ਨੇ ਕਿੰਨਾ ਕੁਝ ਇਹਦੇ ਅੰਦਰ ਪਾਇਆ। ਜਿਹੜੀ ਸਾਡੀ ਜ਼ੁਬਾਨ ਹੈ ਤੁਸੀਂ ਵੇਖੋ, ਇਹ ਕਦੀ ਵੀ ਸੁੱਕੀ ਨਹੀਂ ਰਹਿੰਦੀ। ਜਿੰਨਾ ਕੁ ਮੈਂ ਜਾਣਦਾ ਹਾਂ ਇਹਦੇ ਬਾਰੇ, ਸੁੱਕੀ ਕਦੀ ਨਹੀਂ ਰਹੇਗੀ। ਰੋਟੀ ਖਾਂਦਿਆਂ ਸਗੋਂ ਹੋਰ ਉਹ ਜਿਹੜਾ ਹੈ ਨਾ ਸਲਾਈਵਾ ਬਣਾਉਂਦੀ ਹੈ। ਕਿਉਂਕਿ ਅਸੀਂ ਪਚਾਉਣੀ ਹੈ ਤੇ ਉਹਨੂੰ ਜਲਦੀ ਨਾਲ ਅੰਦਰ ਲੈ ਕੇ ਜਾਣਾ। ਇਹ ਪੜ੍ਹਾਇਆ ਜਾਂਦਾ ਲਗਭਗ ਸਕੂਲਾਂ ਦੇ ਵਿੱਚ। ਤੁਸੀਂ ਵੇਖੋ ਕਿਸੇ ਚੀਜ਼ ਨੂੰ ਵੇਖਦਿਆਂ ਮੂੰਹ ਦੇ ਵਿੱਚ ਪਾਣੀ ਆ ਰਿਹਾ ਹੈ। ਇਹ ਕਿਉਂ ਆ ਰਿਹਾ ਹੈ? ਕਿਉਂਕਿ ਅਸਲ ਦੇ ਵਿੱਚ ਮਨ ਨੇ ਮੈਸੇਜ ਦੇਣਾ ਸ਼ੁਰੂ ਕਰ ਦਿੱਤਾ ਵੀ ਜੇ ਤੈਨੂੰ ਖਾਣਾ ਪੈ ਗਿਆ ਤੇ ਇਹ ਗਿੱਲਾ ਹੋਵੇਗਾ ਤਾਂ ਤੇਰੇ ਗਲੇ ਤੋਂ ਉਤਰੇਗਾ, ਨਹੀਂ ਤਾਂ ਨਹੀਂ ਉਤਰੇਗਾ। ਸੁੱਕਾ ਤਾਂ ਉਤਰਦਾ ਹੀ ਨਹੀਂ ਹੈ। ਹੁਣ ਉਹ ਕੀ ਹੈ? ਜਿਹੜਾ ਰਸ ਹੈ ਸਾਡਾ, ਉਹ ਰਸ ਬਣਦਾ ਹੈ ਪਾਣੀ ਦੇ ਤੱਤ ਤੋਂ। ਤੇ ਪਾਣੀ ਦਾ ਤੱਤ ਜਿਹੜਾ ਹੈ ਉਹ ਸਾਡੀ ਜ਼ੁਬਾਨ ਦੇ ਉੱਤੇ ਟਿਕਿਆ ਹੋਇਆ ਹੈ। ਬਾਕੀ ਵੀ ਸਾਡੇ ਸਰੀਰ ਦੇ ਅੰਦਰ ਬਹੁਤ ਪਾਣੀ ਹੈ, 70% ਦੇ ਲਗਭਗ ਪਾਣੀ ਮੰਨਿਆ ਜਾਂਦਾ ਹੈ। ਪਰ ਉਹ ਕਿੱਥੋਂ ਆ ਰਿਹਾ ਹੈ? ਉਹ ਪਾਣੀ ਸਾਡੇ ਅੰਦਰ ਤੱਤ ਹੈ। ਫਿਰ ਅੱਗ, ਔਰ ਇਹ ਤੁਸੀਂ ਇਸ ਗੱਲ ਨੂੰ ਸੋਚ ਕੇ ਸ਼ਾਇਦ ਹੈਰਾਨ ਹੋ ਜਾਵੋਗੇ, ਸਾਡੇ ਸਰੀਰ ਦੇ ਅੰਦਰ ਜਿਹੜੀ ਅੱਗ ਹੈ ਕਿ ਮੰਨ ਲਓ ਰੋਟੀ ਪਚਾ ਦਿੰਦੀ ਹੈ। ਸਾਡੇ ਸਰੀਰ ਦੇ ਅੰਦਰ ਅੱਗ ਹੈ, ਸਾਨੂੰ ਠੰਡ ਨਹੀਂ ਲੱਗਣ ਦਿੰਦੀ। ਕੱਪੜਾ ਬਾਹਰ ਪਿਆ ਹੋਵੇ ਤੇ ਗਰਮ ਹੋਵੇ ਠੰਡਾ ਹੋਵੇ, ਕੱਪੜਾ ਕੀ ਕੱਪੜਾ ਹੀ ਹੈ। ਆ ਸਰਦੀਆਂ ਆਉਣੀਆਂ ਨੇ, ਵੇਖੋ ਨਾ ਰਜਾਈਆਂ ਰਾਤ ਨੂੰ ਲੈਂਦੇ ਹਾਂ, ਜਦੋਂ ਪਹਿਲੀ ਵਾਰ ਲੈਣੀ ਹੋਵੇ ਤੇ ਕਿੰਨੀ ਠੰਡੀ ਲੱਗਦੀ ਹੈ। ਤੇ ਬਾਅਦ ਸਾਡੇ ਸਰੀਰ ਦੀ ਹੀਟ ਹੁੰਦੀ ਹੈ ਜਿਹੜੀ ਉਹਨੂੰ ਨਿੱਘੀ ਕਰ ਦਿੰਦੀ ਹੈ। ਸਰੀਰ ਹੀ ਗਰਮ ਕਰਦਾ ਹੈ, ਹੋਰ ਕਿਹੜੀ ਚੀਜ਼ ਗਰਮ ਕਰਦੀ ਹੈ ਉਹਨੂੰ? ਇਹਦਾ ਮਤਲਬ ਹੈ ਵੀ ਸਰੀਰ ਦੇ ਵਿੱਚ ਲਗਾਤਾਰ, ਔਰ ਈਵਨ ਕਿ ਸਿਰਫ 2 ਸੈਕਿੰਡ ਤੋਂ ਛੋਟਾ ਪ੍ਰੋਸੈਸ ਹੋਵੇਗਾ ਸਾਡੇ ਸਾਹ ਲੈਣ ਦਾ। ਬਾਹਰੋਂ ਠੰਡਾ ਸਾਹ ਲੈਂਦੇ ਹਾਂ, ਜਦੋਂ ਸਾਹ ਬਾਹਰ ਨਿਕਲਦਾ ਵੇਖੋ ਕਿੰਨਾ ਗਰਮ ਹੋ ਕੇ ਨਿਕਲਦਾ ਪਿਆ ਹੋ ਰਿਹਾ। ਇਹ ਕੀ ਚੀਜ਼ ਚੱਲਦੀ ਪਈ ਹੈ?
ਕਿੰਨਾ ਸੇਕ ਮਹਾਰਾਜ ਨੇ ਅੰਦਰ ਪਾਇਆ ਹੋਇਆ ਹੈ ਵੀ ਖਾਧਾ ਹੋਇਆ ਜਿਹੜਾ ਪਚ ਜਾਂਦਾ ਇਹਦੇ ਵਿੱਚ। ਪਰ ਇਹ ਅੱਗ ਪਤਾ ਕਿੱਥੋਂ ਲੱਗਦੀ ਹੈ? ਇਹ ਸਿਰਫ ਅੱਖਾਂ ਤੋਂ ਪਤਾ ਲੱਗਦੀ ਹੈ। ਬੰਦਾ ਚੁੱਪ ਕਰਕੇ ਬੈਠਾ ਰਹੇ, ਕੁਝ ਨਾ ਕਰੇ, ਬਸ ਕਿਸੇ ਵੱਲ ਵੇਖ ਵੀ ਲਵੇ ਨਾ, ਉਹਦੇ ਵੇਖਣ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਕੀ ਸੋਚਦਾ ਪਿਆ ਹੈ, ਵੇਖਣ ਤੋਂ। ਔਰ ਇਸੇ ਕਰਕੇ ਜਦੋਂ ਅਸੀਂ ਕਹਿੰਦੇ ਹਾਂ ਜੀ ਫਲਾਣੇ ਦੀਆਂ ਅੱਖਾਂ ਬੜੀਆਂ ਦਗਦੀਆਂ ਨੇ, ਇਹ ਕੀ ਹੈ? ਅੰਦਰ ਅਸਲ ਦੇ ਵਿੱਚ ਅੱਗ ਦਾ ਸੁਭਾਅ ਕਿੱਥੋਂ ਪੇਸ਼ ਹੋ ਰਿਹਾ ਹੈ? ਇਹਨਾਂ ਅੱਖਾਂ ਤੋਂ ਬਾਹਰ ਆ ਰਿਹਾ ਹੈ। ਇਹ ਅੱਗ ਦੀ ਗੱਲ ਹੈ। ਆਕਾਸ਼, ਸਾਨੂੰ ਕੋਈ ਵੀ ਸ਼ਬਦ ਸੁਣੇਗਾ ਤੇ ਆਕਾਸ਼ ਦੇ ਦੁਆਰਾ ਸੁਣੇਗਾ। ਸਪੇਸ ਹੋਵੇਗਾ ਤੇ ਸ਼ਬਦ ਸਾਡੇ ਲਈ ਸੁਣਨਾ ਜਿਹੜਾ ਹੈ ਨਾ ਉਹ ਸੌਖਾ ਹੈ। ਤੇ ਫਿਰ ਮਿੱਟੀ ਦਾ ਤੱਤ ਜਿੰਨਾ ਸਾਡੇ ਸਰੀਰ ਦਾ ਬਾਹਰ ਦਾ ਮਟੀਰੀਅਲ ਹੈ, ਹੱਡੀਆਂ ਨੇ ਸਾਡੀਆਂ ਜਾਂ ਸਾਡੀ ਬਾਹਰ ਦੀ ਚਮੜੀ ਹੈ, ਇਹ 5 ਤੱਤ ਸਾਡੇ ਵਿੱਚ ਆਉਂਦੇ ਨੇ। ਇਹ ਸਬਜੈਕਟ ਇਸ ਕਰਕੇ ਮੈਂ ਆਪ ਜੀ ਦੇ ਅੱਗੇ ਰੱਖਿਆ ਵੀ 5 ਭੂਤ ਦੀ ਗੱਲ ਬੜੀ ਵਾਰ ਆਵੇਗੀ, 5 ਤੱਤਾਂ ਦੀ ਗੱਲ ਬੜੀ ਵਾਰ ਆਵੇਗੀ, 5 ਵਿਕਾਰਾਂ ਦੀ ਗੱਲ ਵੀ ਬੜੀ ਵਾਰ ਆਵੇਗੀ, 5 ਗੁਣਾਂ ਦੀ ਗੱਲ ਵੀ ਆਵੇਗੀ। ਹੁਣ ਗੁਰਸਿੱਖਾਂ ਨੇ ਕੀ ਕੀਤਾ? ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਗੁਰਸਿੱਖ ਨੇ ਨਾ, ਇਹਨਾਂ 5 ਤੱਤਾਂ ਨੂੰ ਹੀ ਲੰਘ ਕੇ ਤੇ ਅੱਗੇ ਨਿਕਲ ਗਏ ਨੇ। ਇਹ ਨਹੀਂ ਵੀ ਗੁਰਸਿੱਖ ਮਿੱਟੀ ਦੇ ਨਹੀਂ ਬਣੇ ਹੋਏ, ਉਹੀ 5 ਤੱਤ ਉਹਨਾਂ ਦਾ ਹੈ ਤੇ ਉਹੀ ਬਾਕੀਆਂ ਦਾ ਹੈ। ਪਾਣੀ ਉਹਨਾਂ ਦੇ ਅੰਦਰ ਵੀ ਉਹੀ ਹੈ, ਬਾਕੀਆਂ ਦੇ ਅੰਦਰ ਵੀ ਉਹੀ ਹੈ, ਕੋਈ ਵੱਖਰੇ ਥੋੜ੍ਹਾ ਨੇ, ਸਾਰਾ ਕੁਝ ਉੱਦਾਂ ਦਾ ਹੈ। ਪਰ ਇਹਨਾਂ ਨੂੰ ਬੈਲੈਂਸ ਕਰਨਾ ਆ ਗਿਆ। ਬਖਸ਼ ਲਵੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਅਸ਼ਟਪਦੀ ਅਸੀਂ ਰੋਜ਼ ਪੜ੍ਹਦੇ ਹਾਂ। ਤੇ ਮੈਂ ਇਸ ਕਰਕੇ ਗੱਲ ਜਿਹੜੀ ਸ਼ੁਰੂ ਦੇ ਵਿੱਚ ਕੀਤੀ ਸੀ, ਜੇ ਆਪ ਜੀ ਨੇ ਧਿਆਨ ਦਿੱਤਾ ਹੋਵੇਗਾ, ਜਿਹੜੀ ਚੀਜ਼ ਸਾਡੇ ਉੱਤੇ ਪ੍ਰਭਾਵ ਪਾਉਣ ਲੱਗ ਪਵੇ, ਬਸ ਫਿਰ ਅਸੀਂ ਰੁੜਦੇ ਹੀ ਜਾਂਦੇ ਹਾਂ ਉਹਦੇ ਉੱਤੇ। ਜੇ ਗੁੱਸਾ ਆ ਗਿਆ ਫਿਰ ਉਹ ਵਧੀ ਜਾਂਦਾ ਹੈ, ਵਧੀ ਜਾਂਦਾ ਹੈ, ਵਧੀ ਜਾਂਦਾ ਹੈ, ਉਹ ਰੁਕਦਾ ਨਹੀਂ ਸਾਡਾ। ਜੇ ਲਾਲਚੀ ਹੋ ਗਏ, ਵਧੀ ਜਾਂਦਾ ਲਾਲਚ, ਫਿਰ ਵਧੀ ਜਾਂਦਾ, ਰੁਕਦਾ ਨਹੀਂ ਸਾਡੇ ਕੋਲੋਂ। ਔਰ ਬੰਦਾ ਕੋਸ਼ਿਸ਼ ਵੀ ਕਰਦਾ ਵੀ ਮੈਂ ਰੋਕ ਲਵਾਂ, ਨਹੀਂ ਰੁਕਦਾ। ਇਹ ਕੀ ਹੁੰਦਾ ਹੈ? ਬਸ ਜਿਹੜੇ ਵਹਿਣ ਦੇ ਵਿੱਚ ਇੱਕ ਵਾਰ ਇੱਕ ਸੁਭਾਅ ਪੈ ਗਿਆ, ਬਾਕੀ ਸਾਰੇ ਮਿਲ ਕੇ ਫੋਰਸ ਕਰਦੇ ਨੇ ਵੀ ਤੂੰ ਹੋਰ ਅੱਗੇ ਨਿਕਲ, ਹੋਰ ਅੱਗੇ ਨਿਕਲ। ਇਹ ਆਪਣੇ ਸਰੀਰ ਦੀਆਂ ਦੌੜਾਂ ਨੇ, ਕਿਤੇ ਇਹਨੂੰ ਸੋਚ ਕੇ ਵੇਖਿਓ ਵੀ ਵਾਕਈ ਇਦਾਂ ਹੋਈ ਜਾਂਦਾ ਸਾਡੇ ਨਾਲ। ਐਡਿਕਸ਼ਨ ਵੱਧਦੀ ਜਾਂਦੀ ਹੈ, ਘਟਦੀ ਨਹੀਂ ਹੈ ਸਾਡੀ, ਕਿਸੇ ਵੀ ਚੀਜ਼ ਦੀ ਹੋਵੇ। ਤੇ ਬਾਬਾ ਕਬੀਰ ਨੇ ਇੱਕ ਪੰਕਤੀ ਦੇ ਵਿੱਚ ਇਹਨੂੰ ਕਲੀਅਰ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਅਸ਼ਟਪਦੀ ਦੇ ਵਿੱਚ ਬੋਲਿਆ ਹੈ ਇਹਨੂੰ, ਇੱਕ ਪਦੇ ਦੇ ਵਿੱਚ। ਬਾਬਾ ਕਬੀਰ ਕਹਿੰਦੇ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਕਹਿੰਦੇ ਇਹੋ ਜਿਹੀ ਰਹਿਤ ਬੰਦੇ ਦੀ ਹੋਵੇ ਨਾ, ਜਿੱਦਾਂ ਪਾਣੀ ਦੀ ਰਹਿਤ ਹੈ, ਜਿੱਦਾਂ ਅੱਗ ਦੀ ਰਹਿਤ ਹੈ, ਜਿੱਦਾਂ ਅਗਨੀ ਦੀ ਰਹਿਤ ਹੈ, ਜਿੱਦਾਂ ਆਕਾਸ਼ ਦੀ ਰਹਿਤ ਹੈ। ਇੱਦਾਂ ਜਿਹੜਾ ਬੰਦਾ ਰਹਿੰਦਾ ਹੈ ਨਾ, ਉਹ ਹਰੀ ਦੇ ਕੋਲ ਆ ਕੇ ਤੇ ਵਸ ਜਾਂਦਾ ਹੈ। ਅਪ ਤੇਜ ਬਾਏ, ਅਪ ਦਾ ਮਤਲਬ ਹੁੰਦਾ ਹੈ ਪਾਣੀ, ਤੇਜ ਦਾ ਮਤਲਬ ਅੱਗ, ਬਾਏ ਦਾ ਮਤਲਬ ਵਾਯੂ, ਹਵਾ, ਪ੍ਰਿਥਵੀ ਧਰਤੀ ਤੇ ਆਕਾਸ਼ਾ, ਆ ਜਿਹੜਾ ਸਪੇਸ ਹੈ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਕਹਿੰਦੇ ਇਹੋ ਜਿਹੀ ਰਹਿਤ ਹੋਵੇ ਤੇ ਮੈਂ ਇਹੋ ਜਿਹੀ ਰਹਿਤ ਦੇ ਨਾਲ ਮਾਲਕ ਦੇ ਕੋਲ ਰਹਿਣਾ ਹਾਂ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਗੁਰਸਿੱਖ ਜਿਹੜੇ ਨੇ ਨਾ, ਉਹ ਇਹਨਾਂ 5 ਤੱਤਾਂ ਦੇ ਸੁਭਾਅ ਨੂੰ ਨਿਕਲ ਚੁੱਕੇ ਨੇ। ਮਿੱਟੀ ਦਾ ਮਤਲਬ ਹੁੰਦਾ ਹੈ, ਤੁਸੀਂ ਵੇਖੋ ਮਿੱਟੀ ਪਈ ਹੈ ਨਾ, ਜਿੱਦਾਂ ਉਹ ਢੀਠ ਜਿਹੀ ਹੋ ਕੇ ਪਈ ਰਹਿੰਦੀ ਹੈ, ਇੱਦਾਂ ਜਿਨ੍ਹਾਂ ਨੂੰ ਇੱਕ ਸ਼ਬਦ ਪੰਜਾਬੀ ਦੇ ਵਿੱਚ ਵਰਤਿਆ ਜਾਂਦਾ ਹੁੰਦਾ, ਸ਼ਾਇਦ ਇੱਥੇ ਨਹੀਂ ਵਰਤਿਆ ਜਾਂਦਾ, ਉਹ ਬੰਦਾ ਹਿਲਦਾ ਨਾ ਹੋਵੇ, ਉਹਨੂੰ ਕਹਿੰਦੇ ਵੀ ਤੈਨੂੰ ਪਤਾ ਨਹੀਂ ਕਿਹੜੀ ਢੀਠ ਮਿੱਟੀ ਲੱਗੀ। ਉਹਦਾ ਮਤਲਬ ਕੀ ਹੁੰਦਾ? ਵੀ ਤੇਰਾ ਹਿੱਲਣ ਨੂੰ ਜੀ ਨਹੀਂ ਕਰਦਾ। ਜਦੋਂ ਮਿੱਟੀ ਦਾ ਜਿੱਥੇ ਰੱਖਤੀ ਬਸ ਰੱਖਤੀ ਨਾ, ਜਿਨ੍ਹਾਂ ਦੇ ਸਰੀਰ ਜਿਉਂਦਿਆਂ ਮਿੱਟੀ ਹੋਏ ਪਏ ਨੇ, ਉਹਨਾਂ ਦੇ ਵਿੱਚ ਮਿੱਟੀ ਦਾ ਤੱਤ ਜ਼ਿਆਦਾ ਵੱਧ ਗਿਆ ਹੈ। ਇਹ ਬਿਲਕੁਲ ਉਲਟ ਹੈ ਹਵਾ ਦੇ, ਜਿਨ੍ਹਾਂ ਨੂੰ ਟਿਕਣਾ ਹੀ ਨਹੀਂ ਆਉਂਦਾ। ਨਾ ਤੇ ਇੱਦਾਂ ਕਰਨਾ ਵੀ ਬਸ ਡੇਗੀ ਪਈ ਹੈ ਵੀ ਉੱਠਿਆ ਹੀ ਨਹੀਂ ਜਾਂਦਾ, ਤੇ ਨਾ ਇੱਦਾਂ ਹੀ ਕਰਨਾ ਵੀ ਬੈਠਾ ਹੀ ਨਹੀਂ ਜਾਂਦਾ ਸਾਡੇ ਕੋਲੋਂ। ਹੈ ਤੇ ਬੈਲੈਂਸ ਲੈ ਕੇ ਆਉਣ ਦੀ ਗੱਲ ਹੈ ਨਾ। ਬੈਲੈਂਸ ਨਹੀਂ ਹੋਵੇਗਾ ਤੇ ਜ਼ਿੰਦਗੀ ਕਿੱਧਰ ਨੂੰ ਤੁਰ ਪਵੇਗੀ। ਜਾਂ ਤੇ ਇੰਨੇ ਜ਼ਿਆਦਾ ਮਤਲਬ ਟੇਸਟ ਜ਼ੁਬਾਨ ਨੂੰ ਲੱਗ ਗਏ ਵੀ ਰਿਹਾ ਹੀ ਨਹੀਂ ਜਾਂਦਾ। ਔਰ ਇਹ ਮਹਾਰਾਜ ਬਖਸ਼ ਲਵੇ ਕਈਆਂ ਨੂੰ ਨਾ, ਇਹ ਸਾਡੀ ਤੇਰੇ ਦੇਸ਼ ਦੇ ਵਿੱਚ ਇਹਨਾਂ ਨੂੰ ਬਿਮਾਰੀ ਨਹੀਂ ਮੰਨਿਆ ਜਾਂਦਾ। ਹਾਲਾਂਕਿ ਪੁਰਾਣੇ ਸਮੇਂ 'ਚ ਇਹ ਬਿਮਾਰੀ ਮੰਨਿਆ ਜਾਂਦਾ ਰਿਹਾ ਹੈ। ਹੁਣ ਬਿਮਾਰੀ ਨਹੀਂ ਮੰਨਿਆ ਜਾਂਦਾ ਵੀ ਜਿਹੜੇ ਚਸਕੇ ਨੇ, ਬਿਮਾਰੀਆਂ ਲੱਗੀਆਂ ਹੋਈਆਂ ਨੇ, ਇਹਨੂੰ ਕੌਣ ਬਿਮਾਰੀ ਮੰਨਦਾ? ਤੇ ਕਹਿੰਦਾ ਤੇ ਮਨ ਦੀ ਮੌਜ ਹੈ। ਇਹਨੂੰ ਬਿਮਾਰੀ ਨਹੀਂ ਮੰਨਿਆ ਜਾਂਦਾ ਸਾਡੇ ਵੀ ਜ਼ੁਬਾਨ ਦਾ ਚਸਕਾ ਕਿਉਂ ਲੱਗੀ ਜਾਂਦਾ ਹੈ ਇੰਨਾ ਜ਼ਿਆਦਾ। ਬੰਦਾ ਚਾਹਵੇ ਤਾਂ ਕੰਟਰੋਲ ਵੀ ਕਰ ਸਕਦਾ ਹੈ। ਡਾਕਟਰ ਦਵਾਈ ਦੇ ਦਿੰਦਾ ਹੈ ਤੇ ਕਹਿੰਦਾ ਵੀ ਜੇ ਖਾ ਲਿਆ ਤੂੰ ਜਿਹੜਾ ਨਾ ਹੋਰ ਬਿਮਾਰ ਹੋ ਜਾਣਾ। ਕੰਟਰੋਲ ਕਰ ਲੈਂਦਾ ਬੰਦਾ, ਫਿਰ ਜਦੋਂ ਠੀਕ ਹੋ ਜਾਂਦਾ ਫਿਰ ਚੱਲ ਪੈਂਦਾ ਉੱਧਰ ਨੂੰ। ਇਹ ਵੀ ਬਾਕੀ ਆਦਤਾਂ ਵਰਗੀ ਆਦਤ ਹੈ, ਜਿੱਦਾਂ ਬੰਦਾ ਆਦਤ ਛੱਡਣੀ ਚਾਹਵੇ ਤੇ ਨਹੀਂ ਛੁੱਟਦੀ, ਬੰਦਾ ਫਿਰ ਡਿੱਗਦਾ ਜਾ ਕੇ। ਇਹ ਅਸਲ ਦੇ ਵਿੱਚ ਸਾਡੇ ਮੰਨਿਆ ਹੀ ਨਹੀਂ ਜਾਂਦਾ ਵੀ ਅਜੇ ਇਹ ਸਾਨੂੰ ਪ੍ਰੋਬਲਮ ਲੱਗੀ ਹੋਈ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਭਾਈ ਵੇਖੋ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹਦੇ ਵਿੱਚ ਸਤਿਗੁਰੂ ਫਿਰ ਗੱਲ ਕਰਦੇ ਨੇ ਨਾ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਜਦੋਂ ਸੂਰਜ
ਸਾਰਿਆਂ ਨੂੰ ਬਰਾਬਰ, ਸਾਰਿਆਂ ਨੂੰ ਸੁਕਾ ਦਿੰਦਾ ਹੈ ਨਾ, ਬ੍ਰਹਮ ਗਿਆਨੀ ਆਪਣੇ ਅੰਦਰੋਂ ਇਦਾਂ ਔਗਣ ਸੁਕਾਉਂਦਾ ਹੈ। ਜਿੱਦਾਂ ਫਿਰ ਅਸੀਂ ਉਹਦੇ ਵਿੱਚੋਂ ਹੋਰ ਵੀ ਪੜ੍ਹਦੇ ਹਾਂ, ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਖ ਕੋ ਲੱਗ ਗਿਆ ਤੁਲ ਪਵਾਨ। ਜਿੱਦਾਂ ਹਵਾ ਸਾਰਿਆਂ ਨੂੰ ਬਰਾਬਰ ਲੱਗਦੀ ਹੈ। ਬ੍ਰਹਮ ਗਿਆਨੀ ਕਾ ਧੀਰਜ ਏਕ, ਧਰਤੀ ਵਰਗਾ ਹੌਸਲਾ ਵੀ ਹੋਵੇ, ਇਹ ਉਹਦਾ ਸ਼ੁਭ ਗੁਣ ਵੀ ਹੈ। ਜਿੱਥੇ ਇੱਕ ਉਹਦਾ ਔਗਣ ਹੈ ਨਾ ਵੀ ਬੰਦਾ ਢੀਠ ਹੋ ਕੇ ਪਿਆ ਰਹਿੰਦਾ ਹੈ, ਪਰ ਧਰਤੀ ਦਾ ਹੌਸਲਾ ਵੀ ਤੇ ਕਿੰਨਾ ਹੈ ਨਾ, ਜੋ ਮਰਜ਼ੀ ਕਰਦੀ ਰਹੇ ਧਰਤੀ ਨਹੀਂ ਡੋਲਦੀ। ਇਹਨੂੰ ਫਿਰ ਕੀ ਕਹਿੰਦੇ ਨੇ, ਬ੍ਰਹਮ ਗਿਆਨੀ ਕਾ ਧੀਰਜ ਏਕ ਜਿਉ ਬਸਦਾ ਕੋਊ ਖੋਦੈ ਕੋਊ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵਕ ਕਾ ਸਹਿ ਸੁਭਾਉ। ਜਿੱਦਾਂ ਅੱਗ ਜਿਹੜੀ ਹੈ ਉਹਦਾ ਸੁਭਾਅ ਹੁੰਦਾ ਵੀ ਜਿਹੜਾ ਆਵੇਗਾ ਉਹਨੂੰ ਸਾੜ ਦੇਵੇਗੀ। ਬ੍ਰਹਮ ਗਿਆਨੀ ਆਪਣੇ ਅੰਦਰੋਂ ਔਗਣ ਸਾੜਦਾ ਹੈ। ਪੰਜ ਤੱਤ ਹੀ ਨੇ। ਸਹੀ ਵਰਤੋਂ ਹੋ ਗਈ ਤੇ ਸਮਝ ਲਓ ਕਿਸੇ ਮੰਜ਼ਿਲ ਤੇ ਚਲੇ ਗਏ, ਗਲਤ ਵਰਤੋਂ ਹੋ ਗਈ ਤੇ ਇਹਨਾਂ ਪੰਜ ਤੱਤਾਂ ਨੇ ਬੇਕਾਰ ਕਰਕੇ ਰੱਖ ਦੇਣਾ ਜੀਵਨ ਨੂੰ, ਸੋਚਣ ਹੀ ਨਹੀਂ ਦੇਣਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਪੌਣ ਪਾਣੀ ਬੈ ਸੰਤਰੋ ਧਰਤ ਆਕਾਸ਼ ਉਲੰਘ ਪਿਆਣਾ। ਅਸੀਂ ਇਹਨਾਂ ਤੱਤਾਂ ਦੇ ਉੱਤੇ ਨਹੀਂ ਰੁਕਣਾ। ਇਹਨਾਂ ਤੱਤਾਂ ਤੋਂ ਬਿਨਾਂ ਸਾਡਾ ਜੀਵਨ ਵੀ ਨਹੀਂ ਹੈ। ਇੱਕ ਤੱਤ ਇੱਧਰ ਉੱਧਰ ਹੋ ਗਿਆ ਜ਼ਿੰਦਗੀ ਖਤਮ ਹੋ ਜਾਂਦੀ ਹੈ, ਇੱਕ ਵੀ ਤੱਤ ਮਾਈਨਸ ਹੋ ਗਿਆ ਜ਼ਿੰਦਗੀ ਨਹੀਂ ਹੈ। ਪਰ ਇਹਨੂੰ ਜ਼ਰੂਰ ਸੋਚ ਕੇ ਚੱਲੋ ਭਾਈ, ਅਸੀਂ ਤੱਤ ਨਹੀਂ ਹਾਂ, ਅਸੀਂ ਮਟੀਰੀਅਲ ਨਹੀਂ ਹਾਂ ਜੋ ਅੱਜ ਕੱਲ੍ਹ ਸਾਨੂੰ ਬਣਾ ਦਿੱਤਾ ਗਿਆ ਹੈ। ਮਟੀਰੀਅਲ ਤੋਂ ਉੱਤੇ ਹਾਂ ਅਸੀਂ। ਪੌਣ ਪਾਣੀ ਬੈ ਸੰਤਰੋ ਧਰਤ ਆਕਾਸ਼ ਉਲੰਘ ਪਿਆਣਾ।